तिन्हां दे प्रकाश दिहाड़े नूं समर्पित इस संगत स्थान संगोवाल विखे जो कि सिगमा कॉलेज की बैक साइड नहर के उत्ते है, पिछले कई रोज़ तो तुरदरगाही रब्बी अकाली बाणी के श्री सहज पाठ प्रकाश प्रारंभ सी ते जिन्हां दे हुण भोग पै ने समाप्ति हुई है ते सतगुरु महाराज जी खुले पंडालों के विच सुभाईमान होकर दर्शन दिदारे बख्श रहे ने ते गुरमत समागम आ जिहड़ा अज दा प्रारंभ हो रहा है। गुरु घर के कीर्तनीए रल मिल के आपो अपने समय के अनुसार हाजरियां भरनगे। जिथों तक आवाज़ जाती है संगतां नूं बेनती है अपने कंमां कारां नूं छड्ड के गुरु दरबार पहुंचण की किरपालता करो। गुरु नानक दर दियां गुरु घर दियां खुशियां प्राप्त करो। आओ मैं बेनती करा भाई निरंजन सिंह जी हरनामपुरे वाले 10 मिनट की हाज़री है जिहड़ी वो भरनगे। भाई निरंजन सिंह जी हरनामपुरे वाले 10 मिनट की हाज़री गुरमत समागम आ जिहड़ा प्रारंभ हो रहा है। सारी संगत जिथों तक आवाज़ जाती है अपने कंमां कारां नूं संकोच के गुरु घर पहुँचण की किरपालता करो। गुरु घर दियां गुरु नानक दरबार दियां खुशियां प्राप्त करो। भाई निरंजन सिंह जी हरनामपुरे वाले 10 मिनट की हाज़री। वाहिगुरू जी का खालसा वाहिगुरू जी की फतेह। वाहिगुरू जी सतनाम श्री वाहिगुरू साहिब जीओ। अपने सेवक की आपे राखे आपे नाम जपावै। जय जय काज किरत सेवक की तहाँ तहाँ उठ धावै। सेवक को नेटे होए दिखावै। जो जो कहे ठाकर पह सेवक तत्काल होए आवै। तिस सेवक कह हों बलिहारी जो अपने प्रभ भावै। तिसकी सोए योग हो जो अपना बड़ा कीमती समा छड्ड के गुरु महाराज के हजूर विच पहुँचे हो और अपने जीवन को सफला करने की कोशिश कर रहे हो। ताते हे जग्यासु जनो आप जी नूं चाहिदा है अपनिया मना मिर्तियां नूं बाज मुक्ता तो रोको और अंतर मुक्ता करो। जितनी देर तक मन की एकाग्रता नहीं हुंदी उतनी देर तक गुर शब्द विचार का पूरा पूरा लाहा प्राप्त नहीं हुंदा। आओ अज आपां सचखंड वासी महापुरुष संत मिहिया सिंह जी सियाड़ वाले उन्हां दे प्रकाश दिहाड़िਆਂ ਨੂੰ मुख रखदे होया उन्हां दे सेख बाबा धर्मपाल सिंह जी संगोवाल वालियां ने ਅਤੇ ਸਮੂਹ ਸੰਗਤ ਨੇ ਉਪਰਾਲਾ ਕੀਤਾ ਹੈ। ਇਸ ਲਈ ਸਾਂ-ਸਾਂ ਆਪਾਂ ਆਪਣੇ ਜੀਵਨ ਦਾ ਲਾਹਾ ਕੱਟਣ ਲਈ ਇੱਥੇ ਪਹੁੰਚੇ ਹਾਂ। ਦਾਸ ਕੋਸ਼ਿਸ਼ ਕਰੇਗਾ ਕਿ ਥੋੜ੍ਹੇ ਸਮੇਂ ਵਿੱਚ ਸੰਗਤਾਂ ਬਹੁਤਾ ਲਾਹਾ ਪ੍ਰਾਪਤ ਕਰ ਲੈਣ। ਜਿਉਂ ਤੂੰ ਬੁਲਾਵੇ ਤੇ ਮੇਲਾ ਸੋਵੇਂ ਕੁਦਰਤ ਕਵਣ ਹਮਾਰੇ। ਸਾਧ ਸੰਗ ਮਿਲ ਹਰ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਆਪਣੇ ਆਪ ਅਸੀਂ ਨਹੀਂ ਬੋਲ ਸਕਦੇ, ਤੁਸੀਂ ਮੰਨੋ ਤੇ ਚਾਹੇ ਨਾ ਮੰਨੋ। ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕ ਨੂੰ ਬੁਲਾਉਂਦਾ ਨਾ ਉਸ ਤਰ੍ਹਾਂ ਹੀ ਤੁਸੀਂ ਬੋਲਦੇ। ਆਓ ਵੱਡੇ ਭਾਗਾਂ ਦੀ ਨਿਸ਼ਾਨੀ ਮੈਂ ਨਾ ਮੇਰਿਆ। 1974 ਵਿੱਚ ਮਹਾਂਪੁਰਸ਼ਾਂ ਨੇ ਸਾਡੇ ਜਲੰਧਰ ਪੁਲਿਸ ਲਾਈਨ ਦੇ ਵਿੱਚ 2 ਦੀਵਾਨ ਲਗਾਏ ਸੀ ਰਾਤ ਦੇ। ਇੱਕ ਦੀਵਾਨ ਪਹਿਲੇ ਦੀਵਾਨ ਵਿੱਚ ਸੰਗਤਾਂ ਨੂੰ ਸੇਵਾ ਦਾ ਮਹੱਤਵ ਦੱਸਿਆ ਸੀ। ਦੂਸਰੇ ਦੀਵਾਨ ਦੇ ਵਿੱਚ ਭਾਈ ਗੁਰੂ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। कुंभे बद्धा जल है जल बिन कुंभ न होए। ज्ञान का बद्धा मन है गुरबर ज्ञान न होए।
ਇਹ ਜ਼ਰੂਰੀ ਹੈ, ਕਿਉਂਕਿ ਸਾਧ ਬਿਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਸੰਗਤੇ, ਇਹ ਜਿਹੜੇ ਮਹਾਂਪੁਰਸ਼, ਕਮਾਈ ਵਾਲੇ ਮਹਾਂਪੁਰਸ਼ ਨੇ ਨਾ, ਇਹ ਅਕਾਲ ਪੁਰਖ ਆਪ ਬਿਠਾਉਂਦਾ। ਕਿਉਂ? ਅਸੀਂ ਕਾਲੀ ਜੂਮਾਂ ਦਾ ਭਲਾ ਕਰਮ ਵਾਸਤੇ ਇਹ ਸੰਤ ਮਹਾਂਪੁਰਸ਼ ਇਸ ਮਾਤ ਲੋਕ ਦੇ ਵਿੱਚ ਆਉਂਦੇ ਨੇ। ਪਰ ਸਾਗਤ ਪੁਰਸ਼, ਸਾਗਤ ਕੀ ਐਸੀ ਰੀਤ, ਜੋ ਕੁਛ ਕਰੇ ਸਗਲ ਵਿਪਰੀਤ। ਇਸ ਸਾਗਤ ਪੁਰਸ਼ ਦੀ ਨਿਸ਼ਾਨੀ ਆ। ਪਰ ਗੁਰਬਾਣੀ ਨੇ ਫੈਸਲਾ ਦੇਤਾ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਾਣੇ। ਪੜ੍ਹ ਵੀ ਲਓ। ਸੰਤ ਕੀ ਮਹਿਮਾ ਜੀ ਵੇਦ ਨਾ ਜਾਣੇ, ਵੇਦ ਨਾ ਜਾਣੇ। ਸੰਤ ਕੀ ਮਹਿਮਾ ਜੀ ਵੇਦ ਨਾ ਜਾਣੇ, ਵੇਦ ਨਾ ਜਾਣੇ। ਓਏ ਸੰਤ ਕੀ ਮਹਿਮਾ ਜੀ ਵੇਦ ਨਾ ਜਾਣੇ, ਵੇਦ ਨਾ ਜਾਣੇ। ਸੰਤ ਕੀ ਮਹਿਮਾ ਜੀ ਵੇਦ ਨਾ ਜਾਣੇ, ਵੇਦ ਨਾ ਜਾਣੇ। ਵੇਦ ਨਹੀਂ ਜਾਣਦੇ ਸੰਤਾਂ ਦੀ ਮਹਿਮਾ ਕਾਈ, ਵੇਦ ਨਾ ਜਾਣਦੇ ਸੰਤਾਂ ਦੀ ਮਹਿਮਾ ਕਾਈ। ਓਏ ਸੰਤ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆਨ। ਸਾਧ ਕੇ ਉਪਮਾ ਤੇ ਗੁਣ ਤੇ ਦੂਰ, ਸਾਧ ਕੇ ਉਪਮਾ ਰੇ ਭਰਪੂਰ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ, ਸਾਧ ਕੀ ਸ਼ੋਭਾ ਸਭ ਬਣਿਆਈ। ਨਾਨਕ ਸਾਧ ਪ੍ਰਭ ਭੇਦ ਨ ਪਾਈ। ਕਿਉਂਕਿ ਗੁਰਮੁਖ ਪਿਆਰਿਓ, ਸਾਧੂ ਤੇ ਰਾਮ ਦੇ ਵਿੱਚ ਕੋਈ ਭੇਦ ਨਹੀਂ। ਸੰਤ ਰਾਮ ਮੈਂ ਭੇਦ ਕਿਛ ਨਾਹੀ। ਕਿਉਂ? ਖੱਤਰੀ ਬ੍ਰਾਹਮਣ ਸ਼ੂਦ ਬੈਸ ਉਪਦੇਸ਼, ਚੌ ਵਰਨਾ ਕੋ ਸਾਂਝ। ਆਪ ਮਹਾਭਾਰਤ ਦੇ ਵਿੱਚ ਹਿੰਦੂ ਵੀਰਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਕ੍ਰਿਸ਼ਨ ਤੇ ਸੁਦਾਮੇ ਦਾ ਪ੍ਰਕਰਮ ਆਉਂਦਾ। ਭਾਵੇਂ ਕ੍ਰਿਸ਼ਨ ਨੇ ਸੁਦਾਮੇ ਨੂੰ ਸ਼ਰਾਫ ਕਹੋ ਜਾਂ ਉਸ ਨੂੰ ਸਹਿਜੇ ਬਚਨ ਕਹੋ, ਦਰਿਦਰੀ ਦਾ ਸ਼ਰਾਫ ਮਿਲਿਆ। ਪੜ੍ਹਾਈ ਖਤਮ ਹੋ ਗਈ, ਸਮਾਂ ਬੀਤਦਾ ਗਿਆ, ਸੁਦਾਮੇ ਦੀ ਸ਼ਾਦੀ ਹੋ ਗਈ। ਬਹੁਤ ਵਿਦਵਾਨ ਪੰਡਤ ਸੀ ਸੁਦਾਮਾ, ਗੁਰਮੁਖ ਪਿਆਰਿਓ। ਪਰ ਕਰਮਾਂ ਦੇ ਅਨੁਸਾਰ ਉਹ ਦਰਿਦਰੀ ਪੈਦਾ ਹੋਈ, ਇਤਨੀ ਗਰੀਬੀ ਆ ਗਈ ਤੇ ਰੋਟੀ ਵੱਲੋਂ ਵੀ ਮਜ਼ਾਰ ਹੋ ਗਈ। ਘਰ ਵਾਲੀ ਸ਼ੀਸ਼ਾ ਦੇਵੀ ਕਹਿਣ ਲੱਗੇ, ਮੈਂ ਗੁਆਂਢੀਆਂ ਤੋਂ ਸੁਣਿਆ ਤੁਰੇ ਕ੍ਰਿਸ਼ਨ ਜੀ ਮਿੱਤਰ ਨੇ, ਜਾ ਕੇ ਗਰੀਬੀ ਦੂਰ ਕਰ ਲਓ। ਉਹ ਕਹਿੰਦਾ ਮੈਂ ਗਰੀਬ ਹਾਂ, ਮੈਨੂੰ ਰਾਜੇ ਮਹਿਲਾਂ 'ਚ ਕੌਣ ਵੰਡ ਦਊਗਾ। ਆਖਿਆ ਛੋਟੀ ਵਿਚਾਰ ਕਰੀਏ, ਸਮਾਂ ਥੋੜਾ ਹੈ। ਅਯੁੱਧਿਆ ਨਗਰੀ ਦੇ ਵਿੱਚ ਪਹੁੰਚ ਗਿਆ। ਜਾ ਕੇ ਦਵਾਰਕਾ ਨੂੰ ਕਹਿਣ ਲੱਗਿਆ, ਮੈਂ ਕ੍ਰਿਸ਼ਨ ਭਗਵਾਨ ਨੂੰ ਮਿਲਣਾ। ਹੁਣ ਦਵਾਰਕਾ ਇਹਦੀ ਸ਼ਕਲ ਦੇਖ ਕੇ, ਇਹਦਾ ਪਹਿਰਾਵਾ ਦੇ ਕੇ ਇਸ ਨੂੰ ਧਕਾ ਰਹੇ ਹਨ। ਕਿਉਂ? ਕਬੀਰ ਜੀ ਨੇ ਕਹਿਤਾ, ਨਿਰਧਨ ਆਦਨ ਕੋਏ ਨਾ ਦੇ। ਭਾਵੇਂ 100 ਯਤਨ ਕਰ ਲੋ। ਜੋ ਸਰਦਨ ਨਿਰਧਨ ਕਹਿ ਜਾਏ, ਜੀਆ ਆਦਰ ਲਿਆ ਬੁਲਾਏ। ਜੋ ਸਰਦਨ ਜੋ ਨਿਰਧਨ ਸਰਦਨ ਕਹਿ ਜਾਏ, ਆਗੇ ਪੈਛਾ ਪੀਠ ਫੁਲਾਏ। ਨਿਰਧਨ ਸਰਦਨ ਦੋਨੋਂ ਭਾਏ, ਪ੍ਰਭ ਕੀ ਕਲਮਟੀ ਨਾ ਜਾਈ। ਕਹੋ ਕਬੀਰ ਨਿਰਧਨ ਹੈ ਸੋਈ, ਜਿਨ ਕੇ ਹਿਰਦੇ ਰਾਮ ਨ ਹੋਈ ਉਹ ਗਰੀਬ ਆ। ਖੈਰ ਜਦੋਂ ਕਿਹਾ ਮੈਂ ਕ੍ਰਿਸ਼ਨ ਮਿਲਣਾ, ਕਦੇ ਜਾਤ ਕਿੱਥੋਂ ਆ ਗਿਆ ਕ੍ਰਿਸ਼ਨ ਨੂੰ ਮਿਲਣ ਵਾਲਾ। 2-4 ਵਾਰੀ ਕਹਿਣਾ ਕੀਤਾ, ਪਰ ਸੇਵਾਦਾਰਾਂ ਨੇ ਮਿਲਣ ਨਹੀਂ ਦਿੱਤਾ। ਗੁਰਮੁਖਾਰਿਓ, ਆਖਰਕਾਰ ਦੁਖੀ ਹੋ ਗਿਆ। ਦੁਖੀ ਹੋਏ ਨੇ ਇਹ ਬਚਨ ਸੁਦਾਮੇ ਨੇ, ਉਹ ਪਹਿਰੇਦਾਰ ਨੇ ਜਿਹੜੇ ਨਾ, ਉਹਨਾਂ ਨੂੰ ਇਉਂ ਕਹਿ ਦਿੱਤਾ, ਜਾ ਕੇ ਕਹਿ ਦੋ ਕ੍ਰਿਸ਼ਨ ਮੁਰਾਰੀ ਨੂੰ
ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਮਿਲਣ ਸੁਦਾਮਾ ਆਇਆ ਹੈ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਤੈਨੂੰ ਮਿਲਣ ਸੁਦਾਮਾ ਆਇਆ। ਤੈਨੂੰ ਮਿਲਣ ਸੁਦਾਮਾ ਆਇਆ ਹੈ। 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 ਓਏ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਤੈਨੂੰ ਮਿਲਣ ਸੁਦਾਮਾ ਆਇਆ ਹੈ। ਮਿਲਣ ਸੁਦਾਮਾ ਆਇਆ ਹੈ। ਜਦੋਂ ਇਤਨੇ ਬਚਨ ਕਹੇ ਪਹਿਰੇਦਾਰ ਸੋਚਣ ਲਈ ਮਜਬੂਰ ਹੋ ਗਏ। ਕਹਿਣ ਲੱਗੇ ਸਾਰੀ ਨਗਰੀ ਕਹਿੰਦੀ ਆ ਕ੍ਰਿਸ਼ਨ ਤੇ ਸੁਦਾਮਾ ਬਚਨ ਦੇ ਵਿੱਚ ਬੜੇ ਮਿੱਤਰ ਸੀ। ਕਿਤੇ ਐਸਾ ਨਾ ਹੋਵੇ ਕਿ ਉਹੀ ਇਹ ਸੁਦਾਮਾ ਹੋਵੇ ਜਿਹਦੀ ਮਿੱਤਰਤਾ ਕ੍ਰਿਸ਼ਨ ਦੇ ਨਾਲ ਹੋਈ ਸੀ। ਦੂਸਰਾ ਪਹਿਰੇਦਾਰ ਜਾ ਕੇ ਕਹਿਣ ਲੱਗਿਆ, ਸੋਚਣ ਲੱਗਿਆ ਵੀ ਆਪਾਂ ਇਹਦਾ ਸੁਨੇਹਾ ਕ੍ਰਿਸ਼ਨ ਭਗਵਾਨ ਨੂੰ ਦੇ ਦਿੰਦੇ ਹਾਂ। ਅੱਗੇ ਉਹਨਾਂ ਦੀ ਮਰਜ਼ੀ ਹੈ, ਇਹਨੂੰ ਬੁਲਾ ਲੈਣ ਤੇ ਚਾਹੇ ਨਾ ਬੁਲਾਉਣ, ਮਿਲਣਾ ਨਾ ਮਿਲਣਾ ਉਹਨਾਂ ਦੀ ਮਰਜ਼ੀ ਹੈ। ਖੈਰ ਵਿਚਾਰਾਂ ਕਰਨ ਤੋਂ ਬਾਅਦ ਉਸ ਪਹਿਰੇਦਾਰ ਨੇ ਕ੍ਰਿਸ਼ਨ ਭਗਵਾਨ ਨੂੰ, ਜੋ ਕਿ ਵਿਸ਼ਨੂੰ ਭਗਵਾਨ ਦੇ 16 ਕਰਮ ਸੰਪੂਰਨ ਭਗਤ ਮੰਨੇ ਗਏ ਨੇ, ਦਰਬਾਰ ਲੱਗਿਆ ਹੋਇਆ ਰੁਕਮਣੀ ਕੋਲ ਬੈਠੀ ਆ ਸਾਹਮਣੇ ਸੇਜਾ ਦੇ ਉੱਤੇ, ਜਾ ਕੇ ਨਮਸਕਾਰ ਕਰਤੀ ਪਹਿਰੇਦਾਰ ਨੇ। ਹੇ ਭਗਵਾਨ, ਆਪਣੇ ਆਪ ਨੂੰ ਗਰੀਬ ਜਿਹਾ ਬ੍ਰਾਹਮਣ ਨੱਪ ਦਾ ਨਾਮ ਸੁਦਾਮਾ ਦੱਸਦਾ ਹੈ, ਆਪ ਨੂੰ ਮਿਲਣ ਦੀ ਇੱਛਾ ਕਰਦਾ ਹੈ, ਉਸ ਦੇ ਬਾਰੇ ਕੀ ਹੁਕਮ ਹੈ? ਬਸ ਜਦੋਂ ਇਤਨੀ ਗੱਲ ਕ੍ਰਿਸ਼ਨ ਭਗਵਾਨ ਨੇ ਸੁਣੀ, ਉਸੇ ਵੇਲੇ ਉੱਠ ਕੇ ਸਗਾਸਨ ਤੋਂ ਰੁਕਮਣੀ ਦੇ ਨਾਲ ਲੈਣ ਲਈ ਸੁਦਾਮੇ ਨੂੰ ਆ ਗਏ ਨੇ। ਪੜ੍ਹਿਓ ਜਰਾ। ਅੱਜ ਸਾਡੇ ਕੇ ਸਗਾਸਨ ਆਏ ਲੈਣ ਸੁਦਾਮੇ ਨੂੰ, ਛੱਡ ਕੇ ਸਗਾਸਨ ਆਏ ਲੈਣ ਸੁਦਾਮੇ ਨੂੰ। ਅੱਜ ਛੱਡ ਕੇ ਸਗਾਸਨ ਆ ਗਏ ਲੈਣ ਸੁਦਾਮੇ, ਛੱਡ ਕੇ ਸਗਾਸਨ ਆ ਗਏ ਲੈਣ ਸੁਦਾਮੇ ਨੂੰ। ਪਿਆਰੇ ਜੀ ਲੈਣ ਸੁਦਾਮੇ ਨੂੰ, ਸੰਗ ਤੇ ਲੈਣ ਸੁਦਾਮੇ ਨੂੰ। ਪਿਆਰੇ ਜੀ ਲੈਣ ਸੁਦਾਮੇ ਨੂੰ, ਪਿਆਰੇ ਓ ਲੈਣ ਸੁਦਾਮੇ ਨੂੰ। ਮਰਜੀ ਛੱਡ ਕੇ ਸਗਾਸਨ ਆਏ, ਮਰਜੀ ਛੱਡ ਕੇ ਸਗਾਸਨ ਆਏ ਮੈਨੂੰ। ਉਸ
ਉਸੇ ਟਾਈਮ ਸਿੰਘਾਸਨ ਤੋਂ ਉੱਠੇ, ਰੁਕਮਣੀ ਨੂੰ ਨਾਲ ਲਿਆ, ਸੁਦਾਮਨ ਨੂੰ ਲੈਣ ਵਾਸਤੇ ਦਰਵਾਜ਼ੇ ਤੇ ਆ ਗਏ ਨੇ। ਕ੍ਰਿਸ਼ਨ ਭਗਵਾਨ ਨੇ ਸੁਦਾਮੇ ਦੀਆਂ ਪਰਿਕਰਮਾ ਕੀਤੀਆਂ ਨੇ। ਪਰਿਕਰਮਾ ਕਰਕੇ ਨਮਸਕਾਰ ਕੀਤਿਆ ਕ੍ਰਿਸ਼ਨ ਭਗਵਾਨ ਨੇ। ਸਿੰਘਾਸਨ ਤੇ ਲੈ ਗਏ, ਚਰਨ ਧੋਤੇ, ਚਰਨਾਂ ਨੂੰ ਪੀਤਾ, ਸੇਵਾ ਕੀਤੀ, ਪਰ ਇੱਛਾ ਕੋਈ ਨਹੀਂ ਰੱਖੀ। ਕਿਉਂ? ਜਾਣਦਾ ਸੀ ਸਭ ਕੁਛ, ਬਿਨ ਬੋਲਿਆ ਸਭ ਕੁਛ ਜਾਣਦਾ। ਕਿਸ ਅੱਗੇ ਕੀ ਚੇਰਦਾਸ? ਉਹ ਸਾਧੂ ਹੋਏਗਾ ਦਾ ਜਨਮ ਬਿਨ ਬੋਲਿਆ ਕਿ ਜਾਣਦਾ ਨਹੀਂ। ਅੰਤਰ ਮਹਿਲ ਜੇ ਧੀਰਥ ਨ ਆਵੇ, ਤਿਸ ਬੈਕੁੰਠ ਨ ਜਾਣਾ। ਲੋਕ ਪਤੀ ਨਾ ਕਛੁ ਨ ਜਾਣੇ, ਨਾਹੀ ਰਾਮ ਇਹ ਆਨਾ। ਉਹ ਤਾਂ ਸਾਰੇ ਦਿਲਾਂ ਦੀਆਂ ਜਾਣੇ, ਰਾਮ ਗੇੜਾ ਨਿਆਣਾ, ਰਾਮ ਗੇੜਾ ਨਿਆਣਾ। ਸਾਰੇ ਦਿਲਾਂ ਦੀਆਂ ਜਾਣੇ, ਰਾਮ ਗੇੜਾ ਨਿਆਣਾ, ਰਾਮ ਗੇੜਾ ਨਿਆਣਾ। ਸਾਰਿਆਂ ਦਿਲਾਂ ਦੀਆਂ ਜਾਣੇ, ਰਾਮ ਗੇੜਾ ਨਿਆਣਾ, ਰਾਮ ਗੇੜਾ ਨਿਆਣਾ। ਸਾਰਿਆਂ ਦਿਲਾਂ ਦੀਆਂ ਜਾਣੇ, ਰਾਮ ਗੇੜਾ ਨਿਆਣਾ, ਰਾਮ ਗੇੜਾ ਨਿਆਣਾ। ਰਾਮ ਗੇੜਾ ਨਿਆਣਾ, ਰਾਮ ਗੇੜਾ ਨਿਆਣਾ, ਰਾਮ ਗੇੜਾ ਨਿਆਣਾ, ਰਾਮ ਗੇੜਾ ਨਿਆਣਾ। ਸਾਰਿਆਂ ਦਿਲਾਂ ਦੀਆਂ ਜਾਣੇ, ਰਾਮ ਗੇੜਾ ਨਿਆਣਾ, ਰਾਮ ਗੇੜਾ ਨਿਆਣਾ। ਸਾਰਿਆਂ ਦਿਲਾਂ ਦੀਆਂ ਜਾਣੇ, ਰਾਮ ਗੇੜਾ ਨਿਆਣਾ, ਰਾਮ ਗੇੜਾ ਨਿਆਣਾ। ਓਏ ਅੰਤਰ ਮਹਿਲ ਜੇ ਧੀਰਥ ਨ ਆਵੇ, ਤਿਸ ਬੈਕੁੰਠ ਨ ਜਾਣ। ਲੋਕ ਪਤੀ ਨਾ ਕਛੁ ਨ ਰਾਹੀ ਨਾਮ ਆਨਾ। ਜਾਣਦਾ ਸਾਰੇ, ਪਰ ਨਹੀਂ ਕੁਛ ਮੰਗਿਆ। ਵਿਦੋਗੀ ਦੇ ਤੇ ਵਿਸ਼ਕਰਮਾ ਨੂੰ ਕਹਿ ਕੇ ਚਾਰੇ ਪਦਾਰਥ ਬਖਸ਼ ਦਿੱਤੇ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁੱਖ ਮਟਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ। ਜੇ ਕੋ ਆਪਣੀ ਸ਼ੋਭਾ ਲੋਰੇ, ਸਾਧ ਸੰਗੇ ਹੋਮੇ ਚੋਰੇ। ਜੇ ਕੋ ਜਨ ਮਨ ਤੇ ਡਰੇ, ਫਿਰ ਸਾਧ ਜਨਾਂ ਕੀ ਸ਼ਰਨੀ ਪੜੇ। ਇਹ ਗੁਰਬਾਣੀ ਦਾ ਫੈਸਲਾ, ਦਾਸ ਦਾ ਫੈਸਲਾ ਨਹੀਂ। ਜਦੋਂ ਛੱਡਤੇ, ਸੁਣ ਕ੍ਰਿਸ਼ਨ ਭਗਵਾਨ ਜੀ ਵਿਸ਼ਨੂੰ ਭਗਵਾਨ ਦੇ 16 ਕਲਾ ਸੰਪੂਰਨ ਭਗਤ ਮੰਨੇ ਗਏ ਨੇ ਭਗਵਾਨ। ਉਸ ਦੇ ਦਰਬਾਰ ਵਿੱਚ ਸਾਧੂ, ਮਹਾਤਮਾ, ਰਿਸ਼ੀ, ਮੁਨੀ, ਪੀਰ, ਭਗਤ, ਰਾਜਾ, ਮਹਾਰਾਜਾ, ਔਲੀਏ ਸਾਰੇ ਬੈਠੇ ਨੇ। ਕਿਉਂ? ਸਾਧੂਆਂ ਦਾ ਦਰਬਾਰ ਹੈ। ਉਹਨਾਂ ਵਿੱਚ ਰਾਜਿਆਂ ਮਹਾਰਾਜਿਆਂ ਦੇ ਵਿੱਚ ਇੱਕ ਵੇਦਾਂ ਦਾ ਪੁਜਾਰੀ ਬਾਦਸ਼ਾਹ ਸੀ। ਉਹ ਵੇਦਾਂ ਦਾ ਜਿਹੜਾ ਉਪਾਸ਼ਕ ਸੀ ਨਾ ਬਾਦਸ਼ਾਹ, ਕਿਸੇ ਸਾਧੂ ਨੂੰ ਪੁੱਛਦਾ, ਮਹਾਤਮਾ ਜੀ ਇਹ ਕ੍ਰਿਸ਼ਨ ਭਗਵਾਨ ਸੁਦਾਮੇ ਨੂੰ ਆਪ ਲੈਣ ਗਏ ਨੇ। ਉਹਦੇ ਐਨੇ ਅਹਿਲਕਾਲ ਵਜ਼ੀਰ ਸੀ, ਕਿਸੇ ਹੋਰ ਨੂੰ ਹੁਕਮ ਸੁਣਾ ਸਕਦੇ ਸੀ, ਤੇ ਆਪ ਲੈਣ ਕਿਉਂ ਗਏ ਨੇ? ਮਨ ਸ਼ੰਕਾ ਹੋ ਗਈ। ਕਿਉਂ? ਬਾਣੀ ਨੇ ਫੈਸਲਾ ਕਰਦਾ, ਸਾਧੇ ਨਾ ਮਿਲ ਕਰੋ ਵਿਚਾਰ। ਇਹ ਬਾਣੀ ਦਾ ਫੈਸਲਾ। ਕੋਈ ਮਨ ਦੇ ਵਿੱਚ ਸ਼ੰਕਾ ਹੈ, ਤੁਸੀਂ ਸਾਧੂਆਂ ਨਾਲ ਬਚਨ ਵਿਲਾਸ ਕਰ ਸਕਦੇ ਹੋ ਸ਼ੰਕਾ ਨਿਮਿਤ ਕਰਨ ਵਾਸਤੇ। ਹੁਣ ਮਹਾਤਮਾ ਕਮਾਈ ਵਾਲੇ ਸੀ। ਮਹਾਤਮਾ ਬਾਦਸ਼ਾਹ ਨੂੰ ਪੁੱਛਣ ਲੱਗੇ, ਮਹਾਤਮਾ ਜੀ ਇਸ ਤੁਹਾਡੇ ਸਵਾਲ ਦਾ ਜਵਾਬ ਤਾਂ ਬੜੀ ਆਸਾਨੀ ਨਾਲ ਦਿੱਤਾ ਜਾ ਸਕਦਾ ਹੈ, ਪਰ ਮੈਨੂੰ ਤੁਸੀਂ ਇਹ ਦੱਸੋ, ਤੁਸੀਂ ਆਪਣੇ ਸਵਾਲ ਦਾ ਜਵਾਬ ਜ਼ਬਾਨੀ ਚਾਹੁੰਦੇ ਹੋ ਕਿ ਜਾਂ ਕਿ ਪ੍ਰੈਕਟੀਕਲ ਚਾਹੁੰਦੇ ਹੋ? ਉਹ ਬਾਦਸ਼ਾਹ ਕਹਿਣ ਲੱਗਿਆ, ਮਹਾਤਮਾ ਜੀ ਅਗਰ ਪ੍ਰੈਕਟੀਕਲ ਜਵਾਬ ਮਿਲ ਜਾਵੇ ਫਿਰ ਉਹਦੇ ਨਾਲ ਸ਼ੰਕਾ ਨਹੀਂ ਰਹਿੰਦੀ। ਜੇ ਤੁਸੀਂ ਜ਼ਬਾਨੀ ਦੱਸੋਗੇ, ਮੇਰੇ ਮਨ ਵਿੱਚ ਕਈ ਪ੍ਰਕਾਰ ਦੀਆਂ ਸ਼ੰਕਾ ਰਹਿ ਜਾਣਗੀਆਂ। ਮਹਾਤਮਾ ਕਹਿਣ ਲੱਗੇ, ਅਗਰ ਪ੍ਰੈਕਟੀਕਲ ਜਵਾਬ ਚਾਹੁੰਦਾ ਤਾਂ ਫਿਰ ਸਮਾਂ ਚਾਹੀਦਾ ਹੈ। ਬਾਦਸ਼ਾਹ ਕਹਿਣ ਲੱਗਿਆ, ਦੱਸੋ। ਕਹਿੰਦੇ 8 ਦਿਨ ਮੈਨੂੰ ਚਾਹੀਦੇ ਨੇ। ਅੱਜ ਤੋਂ 8ਵੇਂ ਨੂੰ ਤੇਰੇ ਇਸ ਸਵਾਲ ਦਾ ਜਵਾਬ ਤੇਰੇ ਰਾਜ ਮਹਿਲਾਂ ਵਿੱਚ ਮੈਂ ਦੇਵਾਂਗਾ। ਤੈਨੂੰ ਪ੍ਰਵਾਨ ਹੈ?
ਹੁਣ ਬਾਦਸ਼ਾਹ ਸ਼ੰਕਾ ਨਿਮਿਤ ਕਰਨ ਦੀ ਕੁਝ ਵੀ ਕਹਿ ਦਿੱਤਾ ਮਹਾਤਮਾ ਜੇ ਮੈਨੂੰ ਪ੍ਰਵਾਨ ਹੈ। ਫਿਰ ਦੂਸਰੀ ਗੱਲ ਸੁਣ ਲੈ, ਬਾਦਸ਼ਾਹ ਤੇਰੇ ਮਹਿਲਾਂ ਦੇ ਵਿੱਚ ਮੈਨੂੰ ਜਾਣ ਬਾਰੇ ਕੋਈ ਰੁਕਾਵਟ ਨਹੀਂ ਪੈਦਾ ਹੋਣੀ ਚਾਹੀਦੀ। ਮੇਰੇ ਨਾਲ ਕੋਈ ਆਵੇ ਕੋਈ ਜਾਵੇ, ਤੁਹਾਡੇ ਪਹਿਰੇਦਾਰ ਮੈਨੂੰ ਰੋਕਣ ਨਾ। ਉੱਥੋਂ ਵੀ ਸਤ ਬਚਨ ਕਹਿੰਦਾ, ਸਤ ਬਚਨ ਸਾਧੂ ਉਪਦੇਸ਼। ਖੈਰ ਚਲਾ ਗਿਆ। ਉਹ ਸਾਧੂ ਮਹਾਤਮਾ ਨੇ ਇੱਕ ਸੰਗ ਤਰਾਸ਼ ਸੰਗਮਰਮਰ ਦੀਆਂ ਮੂਰਤੀਆਂ ਘੜਨ ਵਾਲਾ ਮਿਸਤਰੀ, ਉਹਨਾਂ ਦੇ ਨਾਲ ਸੰਪਰਕ ਕੀਤਾ। ਰਾਜ ਮਿਸਤਰੀ ਨੂੰ ਮਹਾਤਮਾ ਜੀ ਕਹਿਣ ਲੱਗੇ, ਸਾਨੂੰ ਇੱਕ ਅੱਜ ਤੋਂ 7ਵੇਂ ਨੂੰ ਇੱਕ ਸੰਗਮਰਮਰ ਦੀ ਮੂਰਤੀ ਚਾਹੀਦੀ ਆ, ਤੁਸੀਂ ਬਣਾ ਦੇਵੋਗੇ? ਜੋ ਤੁਹਾਡੀ ਭੇਟਾ ਹੈ, ਜੋ ਸੇਵਾ ਹੈ, ਜੋ ਉਸਦੀ ਮੂਰਤੀ ਦੀ ਬਣਾਉਣ ਦੀ ਮਜ਼ਦੂਰੀ ਹੈ, ਮੈਨੂੰ ਦੱਸ ਦੇਵੋ, ਮੈਂ ਤੁਹਾਨੂੰ ਦੇ ਦੇਵਾਂਗਾ। ਉਸ ਰਾਜ ਮਿਸਤਰੀ ਨੇ ਮਹਾਤਮਾ ਨੂੰ ਆਪਣੀ ਮਿਹਨਤ, ਆਪਣੀ ਮਜ਼ਦੂਰੀ ਦੱਸ ਦਿੱਤੀ ਤੇ ਮਹਾਤਮਾ ਨੇ ਉਸ ਨੂੰ ਥੋੜ੍ਹੀ ਜਿਹੀ ਮਜ਼ਦੂਰੀ ਦੱਸੀ, ਮਜ਼ਦੂਰੀ ਤੋਂ ਜ਼ਿਆਦਾ ਆਫਰ ਕਰ ਦਿੱਤੀ ਵੀ ਅੱਜ ਤੋਂ 7ਵੇਂ ਨੂੰ ਮੈਨੂੰ ਇਹ ਮੂਰਤੀ ਦੇ ਦਿੱਤੀ ਜਾਵੇ। ਹੁਣ ਰਾਜ ਮਿਸਤਰੀ ਕਹਿਣ ਲੱਗੇ, ਮਹਾਤਮਾ ਜੀ ਤੁਹਾਨੂੰ ਕਿਹੋ ਜਿਹੀ ਮੂਰਤੀ ਚਾਹੀਦੀ ਹੈ? ਮਹਾਤਮਾ ਕਹਿੰਦੇ, ਆਓ ਮੇਰੇ ਨਾਲ ਚੱਲੋ। ਉਹ ਵੇਦਾਂ ਦਾ ਉਪਾਸ਼ਕਰੇ ਦਾ ਬਾਦਸ਼ਾਹ ਸੀ, ਉਹਦੇ ਰਾਜ ਮਹਿਲਾਂ ਵਿੱਚ ਮਿਸਤਰੀ ਨੂੰ ਨਾਲ ਲੈ ਗਿਆ। ਉਸਦਾ ਇੱਕ ਰਾਜਕੁਮਾਰ ਹੈ, ਇਕਲੌਤਾ ਪੁੱਤਰ ਹੈ। ਉਸ ਰਾਜਕੁਮਾਰ ਨੂੰ ਉਹ ਖਿਡਾਰੀ ਖਿਲਾ ਰਹੀ ਹੈ, ਬੱਚਾ ਹੈ ਅਜੇ। ਮਹਾਤਮਾ ਨੇ ਉਸ ਖਿਡਾਰੀ ਨੂੰ ਪੁੱਛਣਾ ਕੀਤਾ, ਇਹ ਖਿਡਾਰੀ, ਇਹ ਪੁੱਤਰ ਕਿਸ ਦਾ ਹੈ? ਖਿਡਾਰੀ ਕਹਿਣ ਲੱਗੇ, ਬਾਦਸ਼ਾਹ ਦਾ ਸੁਪੁੱਤਰ ਹੈ। ਜਦੋਂ ਇਤਨੀ ਗੱਲ ਖਿਡਾਰੀ ਨੇ ਕਹੀ ਤੇ ਮਹਾਤਮਾ ਨੇ ਰਾਜ ਮਿਸਤਰੀ ਨੂੰ ਇਸ਼ਾਰਾ ਕਰ ਦਿੱਤਾ ਵੀ ਇਸ ਰਾਜਕੁਮਾਰ ਦੀ ਮੂਰਤੀ ਸੰਗਮਰਮਰ ਦੀ ਬਣਾਉਣੀ ਹੈ, ਹੂਬਹੂ ਇਸੇ ਮਿਲ ਜਾਵੇ। ਮਹਾਤਮਾ ਨੂੰ ਜਵਾਬ ਦਿੱਤਾ ਰਾਜ ਮਿਸਤਰੀ ਨੇ, ਕਹਿੰਦਾ ਬਣ ਜਾਵੇਗੀ। ਖੈਰ ਉਹ 7 ਦਿਨਾਂ ਦੇ ਅੰਦਰ ਮੂਰਤੀ ਬਣਾ ਦਿੱਤੀ। ਹੁਣ 8ਵਾਂ ਦਿਨ ਹੈ, ਕੱਲ ਨੂੰ ਉਹਦਾ ਜਵਾਬ ਦੇਣਾ ਹੈ, ਸ਼ੰਕਾ ਨਿਮਿਤ ਕਰਨੀ ਹੈ। ਉਹ ਇੱਕ ਦਿਨ ਪਹਿਲਾਂ ਮਹਾਤਮਾ ਨੇ ਰਾਜ ਮਹਿਲਾਂ ਵਿੱਚ ਗਿਆ। ਰਾਜ ਮਹਿਲਾਂ ਦੇ ਵਿੱਚ ਜਾ ਕੇ ਖਿਡਾਰੀ ਨੂੰ ਕਹਿਣਾ ਕੀਤਾ, ਐ ਖਿਡਾਰੀ, ਕੱਲ ਨੂੰ ਬਾਦਸ਼ਾਹ ਦੇ ਸਵਾਲ ਦਾ ਇੱਕ ਜਵਾਬ ਦੇਣਾ ਹੈ, ਉਹਦੀ ਸ਼ੰਕਾ ਨਿਮਿਤ ਕਰਨੀ ਹੈ। ਉਸ ਦੇ ਨਾਲ ਤੁਸੀਂ ਮੇਰੇ ਭਾਗੀ ਹੋਵੋ। ਉਹ ਖਿਡਾਰੀ ਕਹਿਣ ਲੱਗੇ, ਮਹਾਤਮਾ ਜੀ ਇਹੋ ਜਿਹੀ ਕਿਹੜੀ ਗੱਲ ਹੈ? ਮਹਾਤਮਾ ਕਹਿਣ ਲੱਗੇ, ਖਿਡਾਰੀ ਤੈਨੂੰ ਇਨਾਮ ਵੀ ਮਿਲੇਗਾ। ਉਹ ਕੀ ਹੈ? ਮਹਾਤਮਾ ਕਹਿਣ ਲੱਗੇ, ਰਾਜਾ ਨੇ ਸ਼ੰਕਾ ਨਿਮਿਤ ਕੀਤਾ ਕਿ ਬਾਦਸ਼ਾਹ ਉੱਠ ਕੇ ਉਸ ਗਰੀਬੜੇ ਬ੍ਰਾਹਮਣ ਨੂੰ ਲੈਣ ਵਾਸਤੇ ਗਿਆ ਤੇ ਕਿਉਂ ਗਿਆ, ਇਸਦਾ ਮੈਂ ਜਵਾਬ ਦੇਣਾ ਹੈ। ਤੁਸੀਂ ਮੇਰੇ ਨਾਲ ਚੱਲੋ ਤੇ ਮੈਂ ਕੱਲ ਨੂੰ ਇੱਕ ਆਉਂਦਾ ਹੋਇਆ ਇੱਕ ਖਿਡਾਰੀ ਲਿਆਵਾਂਗਾ। ਖਿਡਾਰੀ ਦੀ ਮੂਰਤੀ, ਮਤਲਬ ਖਿਡਾਰੀ ਉਹਨੂੰ ਕਹਿੰਦਾ ਮੂਰਤੀ ਪੱਥਰ ਦੀ ਅਲੱਗ ਅਲੱਗ। ਉਹ ਖਿਡਾਰੀ ਨੇ ਮਹਾਤਮਾ ਦੀ ਗੱਲ ਮੰਨ ਲਈ। ਉਹ ਸੰਗਮਰਮਰ ਦੀ ਮੂਰਤੀ ਮਹਾਤਮਾ ਨੇ ਜਦੋਂ ਦੇਖੀ ਤੇ ਹੂਬਹੂ ਉਹ ਰਾਜਕੁਮਾਰ ਵਰਗੀ ਸੀ। ਸਿਰਫ ਇੰਨਾ ਫਰਕ ਸੀ, ਉਹ ਬੋਲ ਚੋਲ ਨਹੀਂ ਸਕਦਾ, ਸੁਰਤ ਸੁਭੂ ਉਹ ਸੀ। ਉਸ ਮੂਰਤੀ ਨੂੰ ਰਾਜਕੁਮਾਰਾਂ ਵਾਲੇ ਕੱਪੜੇ ਪਹਿਨਾਏ ਗਏ ਔਰ ਖਿਡਾਰੀ ਨੂੰ ਉਸ ਮੂਰਤੀ ਨੂੰ ਜੋ ਪੱਥਰ ਦੀ ਬਣਾਈ ਹੋਈ ਸੀ ਖਿਡਾਰੀ ਨੂੰ ਦੇ ਦਿੱਤੀ। ਮਹਾਤਮਾ ਕਹਿਣ ਲੱਗੇ, ਇਹ ਖਿਡਾਰੀ ਤੁਸੀਂ ਮੇਰੇ ਨਾਲ ਚੱਲੋ। ਜਦੋਂ ਮੈਂ ਜਾਵਾਂਗਾ ਬਾਦਸ਼ਾਹ ਦਾ ਦਰਬਾਰ ਸਰੋਵਰ ਦੇ ਕੰਢੇ ਦੇ ਉੱਤੇ ਲੱਗਿਆ ਹੈ, ਜਿਸ ਤਰ੍ਹਾਂ ਪਟਿਆਲੇ ਬਾਦਸ਼ਾਹ ਜਾਂਦੇ ਕੁਤਵਾਲੇ 'ਚ ਹੁਣ ਵੀ ਸਰੋਵਰ ਹੈ। ਖੈਰ ਉਹ ਵਿਚਾਰ, ਮੈਂ ਤੈਨੂੰ ਇਸ਼ਾਰਾ ਕਰਾਂਗਾ, ਤੂੰ ਇਸ ਮੂਰਤੀ ਨੂੰ ਇਸ ਸਰੋਵਰ ਦੇ ਵਿੱਚ ਸੁੱਟ ਦੇਣਾ ਤੇ ਆਪ ਵਿਰਲਾਪ ਕਰਨ ਲੱਗ ਜਾਣਾ।
ਜਿਸ ਤਰ੍ਹਾਂ ਕਰੇ ਮਤੇ ਹੋਏ ਬੱਚੇ ਨੂੰ ਦੇ ਕੇ ਮਾਤਾ ਬਿਰਲਾਪ ਕਰਦੀ ਹੈ, ਉਸ ਤਰ੍ਹਾਂ ਤੂੰ ਬਿਰਲਾਪ ਕਰਨਾ ਸ਼ੁਰੂ ਕਰ ਦੇਣਾ। ਖਿਡਾਰੀ ਨੇ 7 ਵਚਨ ਕਹਿ ਦਿੱਤਾ। ਹੁਣ ਖਿਡਾਰੀ ਨੂੰ ਨਾਲ ਲੈ ਕੇ ਉਹ ਮਹਾਤਮਾ ਰਾਜ ਦਰਬਾਰ ਦੇ ਮਹਿਲਾਂ ਵਿੱਚ ਗਏ ਨੇ। ਅੱਗੋਂ ਗਏ, ਅੱਗੋਂ ਪਤਾ ਚੱਲਿਆ ਰਾਜਾ ਬਾਦਸ਼ਾਹ ਰਾਜ ਮਹਿਲਾਂ 'ਚ ਨਹੀਂ, ਉਸ ਦਰਬਾਰ ਦੇ ਵਿੱਚ ਬੈਠਾ ਹੈ। ਉੱਥੋਂ ਖਿਡਾਰੀ ਨੂੰ ਨਾਲ ਲੈ ਕੇ ਰਾਜ ਦਰਬਾਰ ਦੇ ਵਿੱਚ ਚਲੇ ਗਏ। ਅੱਗੇ ਰਾਜ ਦਰਬਾਰ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਹਨ, ਰਾਜ ਕਹਿਲਕਾਰਾਂ ਨਾਲ ਗੱਲਾਂ ਬਾਤਾਂ ਕਰ ਰਹੇ ਹੈ। ਹੁਣ ਇੱਧਰ ਦਾਖਲ ਹੋ ਗਏ। ਹੁਣ ਮਹਾਤਮਾ ਦੇਖਦੇ ਨੇ ਵੀ ਬਾਦਸ਼ਾਹ ਸਾਡੇ ਵੱਲ ਕਦੋਂ ਨਿਗਾਹ ਮਾਰੇ ਤੇ ਮੈਂ ਖਿਡਾਰੀ ਨੂੰ ਇਸ਼ਾਰਾ ਕਰਾਂ। ਖੈਰ ਜਾ ਰਹੇ ਨੇ ਸਰੋਵਰ ਦੇ ਕੰਢੇ ਕੰਢੇ। ਬਾਦਸ਼ਾਹ ਦੀ ਨਿਗਾਹ ਮਹਾਤਮਾ ਦੇ ਉੱਪਰ ਪਈ ਤੇ ਆਪਣੀ ਰਾਜਕੁਮਾਰ ਦੀ ਜਿਹੜੀ ਖਿਡਾਰੀ ਸੀ ਉਹਦੇ ਉੱਪਰ ਵੀ ਚਲੀ ਗਈ। ਬਾਦਸ਼ਾਹ ਦੇ ਮਨ ਵਿੱਚ ਖਿਆਲ ਆਇਆ, ਅੱਜ 8ਵਾਂ ਦਿਨ ਹੈ, ਬਾਦਸ਼ਾਹ ਮੇਰੀ ਸ਼ੰਕਾ ਨਿਮਿਤ ਕਰਨ ਲਈ ਮੇਰੇ ਰਾਜਕੁਮਾਰ ਨੂੰ ਨਾਲ ਲੈ ਕੇ ਮੇਰੇ ਦਰਬਾਰ ਵਿੱਚ ਆ ਰਿਹਾ ਹੈ। ਜਦੋਂ ਨਿਗਾਹ ਮਾਰੀ ਬਾਦਸ਼ਾਹ ਨੇ ਤੇ ਮਹਾਤਮਾ ਨੇ ਉਸ ਗੋਲ ਇਸ਼ਾਰਾ ਕਰ ਦਿੱਤਾ ਖਿਡਾਰੀ ਨੂੰ। ਜਦੋਂ ਖਿਡਾਵਾ ਇਸ਼ਾਰਾ ਕੀਤਾ ਤੇ ਉਸ ਖਿਡਾਵੇ ਨੇ ਉਹ ਸੋਹਣੀ ਮੋਤੀ ਕੱਪੜਿਆਂ ਦੀ ਉਹ ਸਰੋਵਰ ਦੇ ਵਿੱਚ ਸੁੱਟ ਦਿੱਤੀ। ਜਦੋਂ ਸੁੱਟੀ ਤੇ ਨਾਲ ਹੀ ਬਰਲਾਪ ਕਰਨ ਲੱਗ ਗਿਆ। ਉਹ ਬੀਬੀ ਬਰਲਾਪ ਕਰ ਰਹੀ ਹੈ। ਜਦੋਂ ਬਰਲਾਪ ਕਰਦੀ ਦੇਖੀ ਬਾਦਸ਼ਾਹ ਨੇ ਆਪਣਾ ਸਿੰਘਾਸਨ ਛੱਡਿਆ, ਸਣੇ ਖੱਪੜਿਆਂ ਦੇ ਵਿੱਚ ਸਰੋਵਰ ਦੇ ਵਿੱਚ ਛਾਲ ਮਾਰ ਦਿੱਤੀ। ਉਹ ਪੱਥੀ ਮੂਰਤ ਨੂੰ ਕੱਢ ਕੇ ਬਾਹਰ ਲੈ ਆਇਆ। ਜਦੋਂ ਬਾਹਰ ਲੈ ਆਇਆ ਤੇ ਮਹਾਤਮਾ ਨੇ ਤਾੜੀ ਵਜਾ ਦਿੱਤੀ। ਮਹਾਤਮਾ ਪੁੱਛਦੇ ਆ, ਮਹਾਤਮਾ ਤੇਰੇ ਦਰਬਾਰ ਦੇ ਵਿੱਚ ਇੰਨੇ ਅਹਿਲਕਾਰ ਬੈਠੇ ਸੀ, ਤੂੰ ਕਿਉਂ ਨਹੀਂ ਕਿਸੇ ਨੂੰ ਹੁਕਮ ਦਿੱਤਾ? ਬਾਦਸ਼ਾਹ ਕਹਿਣ ਲੱਗਿਆ, ਹੈ ਮਹਾਤਮਾ ਜੀ, ਮੈਨੂੰ ਕੀ ਪਤਾ ਸੀ ਇਹ ਪੱਥਰ ਦੀ ਮੂਰਤੀ ਹੈ। ਮੈਂ ਤਾਂ ਸਮਝਿਆ ਸੀ ਇਹ ਮੇਰਾ ਰਾਜਕੁਮਾਰ ਆ, ਜੇ ਜ਼ਿਆਦਾਤਰ ਪਾਣੀ ਦੇ ਵਿੱਚ ਰਹਿ ਗਿਆ ਡੁੱਬ ਕੇ ਮਰ ਨਾ ਜਾਵੇ, ਮੈਨੂੰ ਮੋਹ ਮਮਤਾ ਜਾਗ ਆਈ, ਇਸ ਕਰਕੇ ਮੈਂ ਸੋਹਣੇ ਕੱਪੜਿਆਂ ਤੇ ਮਹਿਲ ਤੋਂ ਆ ਕੇ ਇਹਦੇ ਵਿੱਚ ਛਾਲ ਮਾਰ ਦਿੱਤੀ ਤਾਂ ਕਿ ਮੈਂ ਆਪਣੇ ਬੱਚੇ ਨੂੰ ਮਨ ਤੋਂ ਬਚਾ ਲਵਾਂ। ਮਹਾਤਮਾ ਕਹਿਣ ਲੱਗੇ, ਰਾਜਨ, ਜਿਵੇਂ ਤੈਨੂੰ ਆਪਣਾ ਪੁੱਤਰ ਪਿਆਰਾ ਐਵੇਂ ਭਗਤ ਪਿਆਰੇ ਰੱਬ, ਜਿਵੇਂ ਮਾਮਾ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਮਾਮਾ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ ਜੀ। ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। ਪਿਆਰੇ ਜੀ ਭਗਤ ਪਿਆਰੇ ਰੱਬ ਨੂੰ, ਸੰਗ ਤੇ ਭਗਤ ਪਿਆਰੇ ਰੱਬ ਨੂੰ। ਪਿਆਰੇ ਜੀ ਭਗਤ ਪਿਆਰੇ ਰੱਬ ਨੂੰ, ਪਿਆਰੇ ਓ ਭਗਤ ਪਿਆਰੇ ਰੱਬ ਨੂੰ। ਜਿਵੇਂ ਮਾਮਾ ਨੂੰ ਨੇ ਪੁੱਤਰ ਪਿਆਰੇ, ਜਿਵੇਂ ਮਾਮਾ ਨੂੰ ਨੇ ਪੁੱਤਰ ਪਿਆਰੇ, ਇਸੇ ਕਰਕੇ ਕਹਿ ਦਿੱਤਾ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆ। ਵੇਦਾਂ ਦਾ ਪਾਸ਼ਕ ਕਹਿੰਦਾ ਵੇਦ ਕਿਉਂ ਨਹੀਂ ਜਾਣਦੇ ਆ?
ਕਿਉਂ ਨਹੀਂ ਜਾਣਦੇ ਵੇਦ? ਹੁਣ ਮਹਾਤਮਾ ਕਹਿਣ ਲੱਗ, ਉਹਨਾਂ ਨੂੰ ਪ੍ਰਮਾਣ ਦਿੱਤੇ। ਪ੍ਰਮਾਣਾਂ ਦੇ ਵਿੱਚ ਟਾਈਮ ਵੀ ਸੰਗਤ ਹੀ ਜ਼ਿਆਦਾ ਹੀ ਹੋ ਗਿਆ, 2-4 ਮਿੰਟ 'ਚ ਮੈਂ ਪ੍ਰਗਟ ਨੂੰ ਪੂਰਾ ਕਰਨਾ, ਭਾਵੇਂ ਲੰਮਾ ਹੈ। ਕਿਉਂ ਦਾ ਇਸ ਨੂੰ ਇਹ ਜਿਹੜੀ ਜੀਵਨ ਆ ਇਹ ਸੰਗਤਾਂ ਨੇ ਬਖਸ਼ਿਆ, ਸੰਗਤਾਂ ਦਾ ਬਖਸ਼ਿਆ ਹੋਇਆ। ਇਸ ਕਰਕੇ ਦਾਸ ਦੇ ਇਹ ਇੱਛਾ ਹੁੰਦੀ ਆ ਤੇ ਨਵੇਂ ਤੋਂ ਨਵਾਂ ਪ੍ਰਕਰਮ ਸੁਣਾ ਦਿੱਤਾ ਜਾਵੇ। ਇਹ ਬਾਬਾ ਧਰਮਪਾਲ ਜੀ ਦੀ ਵੀ ਕਿਰਪਾ, ਜਿਹੜੇ ਕਿ ਦਾਸ ਨੂੰ ਕਈ ਦਫਾ ਨਾਲ ਲੈ ਕੇ ਜਾਂਦੇ ਨੇ। ਸੇਵਾ ਦਾ ਪ੍ਰਕਰਮ ਪੁਰਮਸ਼ ਦੇ ਸੁਣਾਇਆ ਸੀ ਮੈਂ। ਖੈਰ ਵਿਚਾਰ ਤਾਂ ਸੀ ਹੋਰ ਮੇਰਾ, ਕਿਉਂ ਕੁੰਭੇ ਬੱਦਾ ਜਲ ਹੈ, ਜਲ ਬਿਨ ਕੁੰਭ ਨਾ ਹੋਏ, ਗਿਰ ਕਾ ਬੱਦਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਏ। ਖੈਰ ਉਹ ਵਿਚਾਰੋ, ਆਪਾਂ ਆਪਣੇ ਵਿਚਾਰ ਨਾਲ ਜੁੜੀਏ। ਉਹ ਬਾਦਸ਼ਾਹ ਮੰਨਿਆ ਨਾ, ਬਾਦਸ਼ਾਹ ਨੇ ਪ੍ਰਮਾਣ ਦੇ ਦਿੱਤੇ, ਸੁਣੇ ਮਹਾਤਮਾ ਤੋਂ, ਪਰ ਨਹੀਂ ਮੰਨਿਆ। ਜਦੋਂ ਨਾ ਮੰਨਿਆ ਫਿਰ ਮਹਾਤਮਾ ਨੇ ਕਹਿ ਦਿੱਤਾ, ਬਾਦਸ਼ਾਹ ਹੁਣ ਤੂੰ ਮੇਰੀ ਗੱਲ ਨਹੀਂ ਨਾ ਮੰਨਦਾ, ਹੁਣ ਇਹ ਤੇਰੀ ਸ਼ੰਕਾ ਤੇਰਾ ਪੁੱਤਰ ਹੀ ਨਿਵਰਤ ਕਰੇਗਾ। ਉੱਥੇ ਵੀ ਕਹਿ ਦਿੱਤਾ, ਮੇਰੇ ਤਾਂ ਕਹਿੰਦਾ ਪੁੱਤਰ ਹੀ ਨਹੀਂ ਹੋਣਾ। ਮਹਾਤਮਾ ਕਹਿਣ ਲੱਗੇ, ਕਿਉਂ ਰਾਜਨ, ਤੈਨੂੰ ਕੀ ਪਤਾ ਹੋਵੇ ਤੇਰੇ ਪੁੱਤਰ ਨਹੀਂ ਹੋਣਾ? ਬਾਦਸ਼ਾਹ ਕਹਿਣ ਲੱਗਿਆ, ਮਹਾਤਮਾ ਜੀ ਮੇਰੇ ਰਾਜ ਜੋਤਸ਼ੀਆਂ ਨੇ, ਰਾਜ ਪੰਡਤਾਂ ਨੇ, ਜੋਤਸ਼ੀਆਂ ਨੇ ਇਹ ਮੈਨੂੰ ਕਹਿ ਦਿੱਤਾ 7 ਪੁਸ਼ਤਾਂ ਤੱਕ ਤੇਰੇ ਘਰ ਪੁੱਤਰ ਨਹੀਂ ਹੋਣਾ। ਮਹਾਤਮਾ ਕਹਿੰਦੇ ਫਿਰ ਸਾਧੂਆਂ ਦਾ ਤਾਂ ਬਚਨ ਹੋ ਗਿਆ, ਬਾਦਨੀ ਨੇ ਫੈਸਲਾ ਦਿੱਤਾ, ਮੈਂ ਨਹੀਂ ਦੇ ਰਿਹਾ, ਗੁਰਬਾਣੀ ਕਹਿ ਰਹੀ ਹੈ। ਨਾਨਕ ਵਿਚਾਰੇ 7 ਜਨ ਚਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਦੇ ਸੇ ਬਚਨ ਹਮੰਦੇ। ਇਹ ਚੌਥੇ ਪਾਤਸ਼ਾਹ ਦਾ ਸ਼ਬਦ ਹੈ। ਤੇ 5ਵੇਂ ਪਾਤਸ਼ਾਹ ਕਹਿੰਦੇ ਨੇ, ਨਾਨਕ ਵਿਚਾਰੇ ਮੁਨ ਜਨ 7 ਵੇਦ ਕਹੰਦੇ, ਭਗਤ ਮੁਖੇ ਤੇ ਬੋਲਦੇ ਸੇ ਬਚਨ ਹਮੰਦੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲਣਾ ਟਲੇ। ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲਣਾ ਟਲੇ। ਪਿਆਰੇ ਜੀ ਸਾਧੂਆਂ ਦਾ ਬੋਲਣਾ ਟਲੇ, ਤੇ ਸਾਧੂਆਂ ਦਾ ਬੋਲਣਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਭਾਵੇਂ ਚੰਦਰਮਾ ਨਾਸ ਹੋ ਜਾਵੇ ਟਲੇ। ਕਹਿੰਦੇ ਸਾਧੂਆਂ ਦਾ ਬਚਨ ਹੋ ਗਿਆ। ਹੁਣ ਬਾਦਸ਼ਾਹ ਤੂੰ ਮੰਨਦਾ ਨਹੀਂ ਨਾ ਕਹਿਣਾ। ਕਹਿੰਦਾ ਹੁਣ ਤੇਰੇ ਪੁੱਤਰ ਤਾਂ ਜ਼ਰੂਰ ਹੋ ਜਾਵੇਗਾ, ਪਰ ਉਹਦੀ ਉਮਰ 11 ਸਾਲ 11 ਮਹੀਨੇ 11 ਦਿਨ ਦੀ ਹੋਵੇਗੀ, ਯਾਦ ਰੱਖ ਲਈ। ਕਿਉਂਕਿ ਤੂੰ ਸਾਡੇ ਨਾਲ ਬਚਨ ਨਾਲ ਕ੍ਰਿਟੀਸਾਈਜ਼ ਕਰੀ ਜਾਂਦਾ, ਤੂੰ ਸਾਡੇ ਗੱਲ ਮੰਨਦਾ ਹੀ ਨਹੀਂ। ਉੱਥੇ ਵੀ ਬਾਦਸ਼ਾਹ ਨੇ ਕਹਿ ਦਿੱਤਾ, ਨਹੀਂ ਮੇਰੇ ਘਰ ਪੁੱਤਰ ਨਹੀਂ ਹੋਣਾ। ਚਾਹੀਦਾ ਸੀ ਬਚਨ ਮੰਨ ਲੈਂਦਾ, ਪਰ ਨਹੀਂ ਮੰਨਿਆ। ਹੁਣ ਬਚਨ ਨਾ ਮੰਨਣ ਦੀ ਕਰਕੇ ਉਹ ਮਹਾਤਮਾ ਨੇ ਬੱਚੇ ਦੀ ਉਮਰ ਦੱਸ ਦਿੱਤੀ। ਖੈਰ ਸਾਰ ਦੇ ਅੰਦਰ ਦਾ ਸੰਖੇਪ ਕਰ ਦੇਵਾਂ ਗੁਰਮੁਖ ਪਿਆਰੋ, ਕਿਉਂ ਸਮਾਂ ਸਭ ਨੂੰ ਜ਼ਰੂਰੀ ਹੈ। ਭਾਵੇਂ ਦਾਸ ਦੀ ਕੋਸ਼ਿਸ਼ ਹੁੰਦੀ ਹੈ, ਲੇਕਿਨ ਫਿਰ ਵੀ ਮਜਬੂਰੀ ਹੈ। ਸਾਲ ਦੇ ਅੰਦਰ ਅੰਦਰ ਪੁੱਤਰ ਪੈਦਾ ਹੋ ਗਿਆ। ਹੁਣ ਪੁੱਤਰ ਦੇ ਜਨਮ ਦਿਹਾੜੇ ਦੇ ਤੇ ਖੁਸ਼ੀਆਂ ਮਨਾਈਆਂ। ਇਸ ਤਰ੍ਹਾਂ ਨੇ 11 ਸਾਲ ਮਨਾਉਂਦਾ ਰਿਹਾ। ਹੁਣ 12ਵਾਂ ਸਾਲ ਆ ਗਿਆ। ਉਧਰ ਬੱਚੇ ਨੂੰ ਜਨਮ ਦਿਨ ਤੇ ਕੋਈ ਖੁਸ਼ੀ, ਕੋਈ ਮਨੋਂ ਦੇ ਉਹਦੀ ਇੱਛਾ ਦੇ ਅਨੁਸਾਰ ਉਹਨੂੰ ਗਿਫਟ ਵੀ ਦੇ ਰਿਹਾ ਹੈ। ਅੱਜ ਹੁਣ 92ਵੇਂ ਸਾਲ ਦਾ ਜਦੋਂ ਜਨਮ ਦਿਨ ਦੇ 11 ਦਿਨ ਰਹਿ ਗਏ, ਹੁਣ ਬੱਚਾ ਆਪਣੇ ਪਿਤਾ ਨੂੰ ਕਹਿੰਦਾ, ਬੇਟਾ ਪੁੱਤਰ ਆਪਣੇ ਪਿਤਾ ਨੂੰ ਕਹਿ ਰਿਹਾ, ਐਤੀ ਮੇਰੇ ਜਨਮ ਦਿਨ ਤੇ ਤੁਸੀਂ ਕੀ ਗਿਫਟ ਦੇਵੋਗੇ? ਪਿਤਾ ਕਹਿੰਦਾ, ਬੇਟਾ ਐਤੀ ਤੇਰਾ ਜਨਮ ਦਿਨ ਨਹੀਂ ਮਨਾਓ,
ਬੱਚਾ ਸੀ। ਪਿਤਾ ਜੀ ਕਿਉਂ ਨਹੀਂ ਦੇ ਹੋਣਾ? ਬੇਟਾ ਤੇਰੀ ਉਮਰ ਦੇ 11 ਦਿਨ ਬਾਕੀ ਰਹਿੰਦੇ ਨੇ, ਇਸ ਕਰਕੇ ਤੇਰਾ ਜਨਮ ਦਿਨ ਨਹੀਂ ਮਨਾਓ। ਬੱਚਾ ਕਹਿਣ ਲੱਗਿਆ, ਪਿਤਾ ਜੀ ਤੁਹਾਨੂੰ ਕੀ ਹੈ? ਤੁਹਾਨੂੰ ਕੀ ਪਤਾ ਵੀ ਮੇਰੀ ਜ਼ਿੰਦਗੀ ਦੇ 11 ਦਿਨ ਹੈ? ਮਾਤਾ ਪਿਤਾ ਦਾ ਬੱਚੇ ਦੀ ਉਮਰ ਬਹੁਤ ਮੰਨਦੇ ਆ। ਮਾਤਾ ਪਿਤਾ ਸੁਤ ਨਿਹੋ ਕਨੇਰਾ ਮਾਇਆ ਮੋਹ, ਸਮੇਂ ਦੀ ਜ਼ਰੂਰਤ ਹੈ ਗੁਰਮੁਖ ਪਿਆਰਿਓ। ਖੈਰ ਬੱਚਾ ਉਦਾਸ ਹੋ ਗਿਆ, ਆਪਣੀ ਖਡਾਵੀ ਨੂੰ ਆ ਕੇ ਸਾਰੀ ਗੱਲ ਦੱਸੀ। ਖਡਾਵੀ ਨੂੰ ਕਹਿਣ ਲੱਗਿਆ, ਮੇਰੇ ਉਮਰ ਦੇ 11 ਦਿਨ ਨੇ, ਕੋਈ ਉਪਾਅ ਹੋ ਸਕਦਾ ਹੈ? ਉਹ ਖਡਾਵੀ ਕਹਿਣ ਲੱਗੀ, ਬੇਟਾ ਉਪਾਅ ਤਾਂ ਹੋ ਸਕਦਾ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਕੀ ਹੋ ਸਕਦਾ ਹੈ? ਕਹਿੰਦੀ, ਅਗਰ ਕੋਈ ਕਮਾਈ ਵਾਲੇ ਮਹਾਂਪੁਰਸ਼ ਰੇਖ ਦੇ ਵਿੱਚ ਮੇਖ ਮਾਰ ਦੇਣ ਤੇ ਤੇਰੀ ਉਮਰ ਵੱਧ ਸਕਦੀ ਆ, ਵਰਨਾ ਤੇਰੀ ਉਮਰ ਨਹੀਂ ਵੱਧ ਸਕਦੀ। ਗੁਰਮੁਖ ਪਿਆਰਿਓ, ਕੀ ਹੋਇਆ? ਸਬੱਬ ਬਣ ਗਿਆ। ਬਚਨ ਹੁੰਦੇ ਨੇ ਗੁਰਮੁਖ ਪਿਆਰਿਓ। ਉੱਥੋਂ ਹਰਿਦੁਆਰ ਦੇ ਮਹੇਸ਼ਵਰੀ ਮਹਾਤਮਾ, ਰਿਸ਼ੀ ਕਹੋ, ਮੁਨੀ ਕਹੋ, ਪੀਰ ਕਹੋ, ਪੈਗੰਬਰ ਕਹੋ, ਔਲੀਆ ਕਹੋ, ਉਸ ਨਗਰ ਦੇ ਵਿੱਚ ਆਏ। ਕੁਛ ਦਿਨ ਠਹਿਰੇ। ਠਹਿਰਨ ਤੋਂ ਬਾਅਦ ਜਿਹੜੀ ਸੰਗਤਾਂ ਜੁੜਦੀਆਂ ਸੀ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋ ਰਹੀਆਂ ਨੇ। ਇੱਥੇ ਪਤਾ ਖਡਾਵੀ ਨੂੰ ਵੀ ਲੱਗਿਆ। ਖਡਾਵੀ ਨੇ ਉਸ ਰਾਜਕੁਮਾਰ ਨੂੰ ਦੱਸ ਦਿੱਤਾ, ਬੇਟਾ ਮਹੇਸ਼ਵਰੀ ਤੋਂ ਸੰਤ ਮਹਾਤਮਾ ਆਏ ਨੇ, ਜਾ ਕੇ ਉਹਨਾਂ ਦੇ ਦਰਸ਼ਨ ਕਰ ਲਵੋ, ਹੋ ਸਕਦਾ ਤੁਹਾਡੇ ਕੋਈ ਰੇਖ ਦੇ ਵਿੱਚ ਮੇਖ ਵੱਜ ਜਾਵੇ। ਹੁਣ ਪਿਤਾ ਨੂੰ ਨਾਲ ਲੈ ਕੇ ਉਹ ਰਾਜਕੁਮਾਰ ਹੁਣ ਬਾਦਸ਼ਾਹ ਹੀ ਨਹੀਂ, ਹੁਣ ਸੇਵਕ ਦੇ ਰੂਪ ਵਿੱਚ ਜਾ ਰਿਹਾ ਹੈ। ਬਾਦਸ਼ਾਹ ਜਿਹੜਾ ਸੰਤਾਂ ਦੇ ਨਿਮਿਤ ਮਹਾਤਮਾ ਨਾਲ ਵਚਨ ਵਿਲਾਸ ਕਰ ਰਿਹਾ ਹੈ। ਗੁਰਮੁਖ ਪਿਆਰੇ, ਸੰਤ ਮੰਡਲ ਦੇ ਵਿੱਚ ਪਹੁੰਚਿਆ। ਉੱਥੇ ਜਾ ਕੇ ਅਸ਼ਟਾਂਗ ਨਨੌਤ ਕੀਤੀ ਹੈ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਵਿੱਚ ਜਾ ਕੇ 8 ਅੰਗ ਲਾ ਕੇ ਨਮਸਕਾਰ ਕੀਤੀ। ਸਮਾਂ ਜ਼ਰੂਰਤ ਹੈ ਗੁਰਮੁਖ ਪਿਆਰਿਓ। ਉਹ ਬੱਚੇ ਨੇ ਵੀ ਦੰਡੌਤ ਨਮਸਕਾਰ ਕਰ ਦਿੱਤੀ। ਮਹਾਤਮਾ ਨਾਲ ਉਹਨਾਂ ਨੇ ਸਾਧੂਆਂ ਦਾ ਜਿਹੜੇ ਮੁਖੀ ਸੀ, ਉਸਦੀ ਸ਼ਰਧਾ ਦੇ ਕੇ ਆਸ਼ੀਰਵਾਦ ਦੇ ਦਿੱਤਾ, ਬੇਟਾ ਜੀਵਤ ਰਹੋ, ਜਵਾਨੀ ਮਾਣੋ। ਇਤਨੀ ਬਚਨ ਕਹੇ ਬੱਚੇ ਨੇ ਹੱਥ ਜੋੜ ਕੇ ਬੇਨਤੀ ਕਰਤੀ, ਮਹਾਤਮਾ ਜੀ ਮੇਰੀ ਤਾਂ ਜ਼ਿੰਦਗੀ ਦੇ 11 ਦਿਨ ਰਹਿੰਦੇ ਨੇ, ਮੈਂ ਜਵਾਨੀ ਕਿਵੇਂ ਮਾਰਾਂਗਾ? ਮਹਾਤਮਾ ਨੇ ਪੁੱਛਣਾ ਕੀਤਾ, ਬੇਟਾ ਤੈਨੂੰ ਕੀ ਪਤਾ ਤੇਰੀ ਜ਼ਿੰਦਗੀ ਤੇ 11 ਦਿਨ ਰਹਿੰਦੇ ਨੇ? ਗੁਣ ਪਿਆਰਿਓ, ਉਹ ਬੱਚੇ ਨੇ ਆਪਣੇ ਪਿਤਾ ਵੱਲੋਂ ਸੁਣਾਈ ਹੋਈ ਸਾਰੀ ਕਹਾਣੀ ਉਹ ਮਹਾਤਮਾ ਨੂੰ ਦੱਸ ਦਿੱਤੀ। ਦੱਸਣ ਤੋਂ ਬਾਅਦ ਮਹਾਤਮਾ ਕਹਿਣ ਲੱਗੇ, ਬੇਟਾ ਪਹਿਲਾਂ ਤਾਂ ਤੁਹਾਡੇ ਘਰ ਪੁੱਤਰ ਨਹੀਂ ਸੀ ਹੁੰਦਾ, ਉਹ ਮਹਾਤਮਾ ਦੇ ਬਚਨਾਂ ਦੇ ਨਾਲ ਤੁਹਾਡੇ ਘਰ ਪੁੱਤਰ ਪੈਦਾ ਹੋ ਗਿਆ। ਫਿਰ ਤੇਰੇ ਪਿਤਾ ਨੇ ਮਹਾਤਮਾ ਦੇ ਬਚਨਾਂ ਦੇ ਉੱਪਰ ਵਿਸ਼ਵਾਸ ਨਹੀਂ ਕੀਤਾ। ਫਿਰ ਕਹਿ ਦਿੱਤਾ ਬਈ 11 ਸਾਲ 11 ਮਹੀਨੇ 11 ਦਿਨ ਦੀ ਉਮਰ ਹੋਵੇਗੀ ਤੇ 12ਵੇਂ ਸਾਲ ਦੇ ਵਿੱਚ ਤੇਰਾ ਬੱਚਾ ਇਹ ਸੰਕਾ ਨਿਮਿਤ ਕਰਵਾਏਗਾ। ਅੱਛਾ ਬੇਟਾ, ਸਾਧੂਆਂ ਦੇ ਬਚਨਾਂ ਨਾਲ ਤੂੰ ਤੇਰਾ ਜਨਮ ਹੋਇਆ? ਕਹਿੰਦਾ ਹਾਂ ਮਹਾਤਮਾ ਜੀ। ਫਿਰ ਉਮਰ? ਕਹਿੰਦੇ ਜੀ ਉਮਰ ਵੀ ਸੰਤਾਂ ਨੇ ਦੱਸ ਬਖਸ਼ੀ ਆ। ਕਹਿੰਦੇ ਕਿੰਨੀ? ਕਹਿੰਦੇ 11 ਸਾਲ 11 ਮਹੀਨੇ 11 ਦਿਨ ਦੀ ਮੇਰੀ ਉਮਰ ਆ। ਕਹਿੰਦੇ ਉਹ ਸੰਤਾਂ ਨੇ ਤੈਨੂੰ ਇੰਨੀ ਉਮਰ ਬਖਸ਼ ਦਿੱਤੀ, ਤੇਰੀ ਸੇਵਾ ਕਰਕੇ ਜਾ, ਅਸੀਂ ਤੈਨੂੰ 100 ਸਾਲ ਦੀ ਉਮਰ ਹੋਰ ਬਖਸ਼ ਦੇਣੀ ਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤੂੰ 11 ਦਿਨ ਹੀ ਰਹੇਗਾ। ਹੁਣ 111 ਸਾਲ 11 ਮਹੀਨੇ 11 ਦਿਨ ਰਹੇਗਾ। ਬਚਨ ਕਰ ਦਿੱਤਾ। ਤਾਂ ਹੀ ਕਹਿ ਦਿੱਤਾ ਬਾਣੀ ਨੇ, ਤਾਤ ਕਿ ਮਹਿਮਾ ਜੀ ਵੇਦ ਨਾ ਜਾਣੇ, ਵੇਦ ਨਾ ਜਾਣੇ, ਤਾਤ ਕਿ ਮਹਿਮਾ ਜੀ ਵੇਦ ਨਾ ਜਾਣੇ, ਵੇਦ ਨਾ ਜਾਣੇ। ਤਾਤ ਕਿ ਮਹਿਮਾ ਜੀ ਵੇਦ ਨਾ ਜਾਣੇ, ਵੇਦ ਨਾ ਮਹਿਮਾ ਜੀ ਵੇਦ ਨਾ ਜਾਣੇ, ਵੇਦ ਨਾ ਜਾਣੇ। ਜਾਣੇ ਵੇਦ ਨਾ ਜਾਣੇ। ਆਓ ਸਾਧ ਸੰਗ ਜੀ, ਸਮਾਂ ਕੁਛ ਜ਼ਿਆਦਾ ਹੀ ਲੱਗ ਗਿਆ। ਇਹ ਜ਼ਿਆਦਾ ਸਮਾਂ ਦੀ ਸੰਗ ਤੋਂ ਮਾਫੀ ਮੰਗਦਾ। ਅੱਗੇ ਬਾਅਦ ਤੇ ਸਮਾਂ ਮਿਲਿਆ
ਫਿਰ ਕਿਤੇ ਖੁੱਲ੍ਹੇ ਵਿਚਾਰ ਨਾਲ ਪ੍ਰਕਾਮ ਸੁਣਾਵਾਂਗੇ। ਹੁਣ ਜਿਹੜਾ ਪ੍ਰਸੰਗ ਦਾਸ ਤੋਂ ਰਹਿ ਗਿਆ ਉਹ ਸੰਗਤ ਆਪਣੀ ਬੁੱਧੀ ਦੇ ਨਾਲ ਆਪ ਹੀ ਨਾਲ ਜੋੜਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਬਾਬਾ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਣਾ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਆਨੰਦ ਗੁਣੇ ਨਿਧਾਨ, ਗੁਰੂ ਗਰੀਬ ਗਰੀਬ ਮਨ ਆਨੰਦ ਪਿਆ, ਮਨ ਆਨੰਦ ਪਿਆ, ਪ੍ਰਭ ਆਵਤ ਸੁਣਿਆ, ਮਨ ਆਨੰਦ ਪਿਆ। ਮਨ
ਮਨ ਆਨੰਦ ਪਿਆ ਪ੍ਰਭ ਆਵਤ ਸੁਣਿਆ ਮਨ ਆਨੰਦ ਪਿਆ ਮੇਰੀ ਸੇਜੜੀਏ ਆਡੰਬਰ ਬਣਿਆ ਮੇਰੀ ਸੇਜੜੀਏ ਆਡੰਬਰ ਬਣਿਆ ਮਨ ਆਨੰਦ ਪਿਆ ਮਨ ਆਨੰਦ ਪਿਆ ਪ੍ਰਭ ਆਵਤ ਸੁਣਿਆ ਮਨ ਆਨੰਦ ਪਿਆ ਪ੍ਰਭ ਮਿਲੈ ਸੁਆਮੀ ਸੁਖ ਹੈ ਗਾਮੀ ਪ੍ਰਭ ਮਿਲੈ ਸੁਆਮੀ ਸੁਖ ਹੈ ਗਾਮੀ ਚਾਉ ਮੰਗਲ ਰਸ ਭਰੇ ਚਾਉ ਮੰਗਲ ਰਸ ਭਰੇ ਮਨ ਆਨੰਦ ਪਿਆ ਮਨ ਆਨੰਦ ਪਿਆ ਪ੍ਰਭ ਆਵਤ ਸੁਣਿਆ ਪ੍ਰਭ ਆਵਤ ਸੁਣਿਆ ਅੰਗ ਸੰਗ ਲਾਗੇ ਦੁਖ ਪਾਗੇ ਅੰਗ ਸੰਗ ਲਾਗੇ ਦੁਖ ਪਾਗੇ ਪ੍ਰਾਣ ਮਨ ਤਨ ਸਭ ਹਰੇ ਪ੍ਰਾਣ ਮਨ ਤਨ ਸਭ ਹਰੇ ਪ੍ਰਾਣ ਮਨ ਤਨ ਸਭ ਹਰੇ ਮਨ ਆਨੰਦ ਪਿਆ ਮਨ ਆਨੰਦ ਪਿਆ ਮਨ ਆਨੰਦ ਪਿਆ ਪ੍ਰਭ ਆਵਤ ਸੁਣਿਆ ਆਵਤ ਸੁਣਿਆ ਮਨ ਇਛ ਪਾਈ ਪ੍ਰਭ ਧਿਆਏ ਮਨ ਇਛ ਪਾਈ ਪ੍ਰਭ ਧਿਆਏ ਸੰਜੋਗ ਸ਼ਾਹ ਸ਼ੁਭ ਗਣਿਆ ਸੰਜੋਗ ਸ਼ਾਹ ਸ਼ੁਭ ਗਣਿਆ ਸੰਜੋਗ ਸ਼ਾਹ ਸ਼ੁਭ ਗਣਿਆ ਮਨ ਆਨੰਦ ਪਿਆ ਮਨ ਆਨੰਦ ਪਿਆ ਪ੍ਰਭ ਆਵਤ ਸੁਣਿਆ ਮਨ ਆਨੰਦ ਪਿਆ ਬਿਨਵੰਤ ਨਾਨਕ ਮਿਲੈ ਸ਼੍ਰੀ ਧਰ ਬਿਨਵੰਤ ਨਾਨਕ ਮਿਲੈ ਸ਼੍ਰੀ ਧਰ ਸਗਲ ਆਨੰਦ ਰਸ ਬਣਿਆ 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 ਮਨ ਆਨੰਦ ਪਿਆ ਮਨ ਆਨੰਦ ਪਿਆ ਪ੍ਰਭ ਆਵਤ
ਸੁਣਿਆ ਮਨ ਆਨੰਦ ਪਿਆ ਮਨ ਇੱਛ ਪਾਏ ਪ੍ਰਭ ਧਿਆਏ ਮਨ ਇੱਛ ਪਾਏ ਪ੍ਰਭ ਧਿਆਏ ਮਨ ਇੱਛ ਪਾਏ ਪ੍ਰਭ ਧਿਆਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਪੋ ਸਤਿਨਾਮ ਵਾਹਿਗੁਰੂ 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 ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਮਨ ਇੱਛ ਪਾਈ ਪ੍ਰਭ ਧਿਆਏ ਮਨ ਇੱਛ ਮਨ ਇੱਛ ਪਾਈ ਪ੍ਰਭ ਧਿਆਏ ਮਨ ਇੱਛ ਸੰਜੋਗ ਸ਼ਾਹ ਸ਼ੁਭ ਗਣਿਆ ਸੰਜੋਗ ਸ਼ਾਹ ਸ਼ੁਭ ਗਣ ਸੰਜੋਗ ਸ਼ਾਹ ਸ਼ੁਭ ਗਣਿਆ ਸੰਜੋਗ ਸ਼ਾਹ ਸ਼ੁਭ ਗਣਿਆ ਮਨ ਆਨੰਦ ਪਿਆ 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 ਪ੍ਰਭ ਆਵਤ ਸੁਣਿਆ ਮਨ ਆਨੰਦ ਪਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਬੀਰ ਸੇਵਾ ਕੋ ਦੋਏ ਭਲੇ,
ਏਕ ਸੰਤ ਇਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ। ਸੰਤ ਹਮਾਰੀ ਓਟ ਸਤਾਣੀ, संत हमारा गहना, संत हमारा गहना। पग ठड़े हर संत तुम्हारे, जिन घर धन हर नामा। प्रवान गणी सेइये आए, सफल तिना के कामा। पर उपकारी आए तेरे जन, पर उपकारी आए। पर उपकारी आए तेरे जन, पर उपकारी आए। पर उपकारी आए, पर उपकारी आए तेरे जन, पर उपकारी आए। जी दान दे भगती लायण, जी दान दे भगती लायणा। जी दान दे भगती लायण, जी दान दे भगती लायणा। हर स्यो लैण मिलाए तेरे जन, पर उपकारी आए। पर उपकारी आए तेरे जन, पर उपकारी आए। भाग ठड़े हर संत तुम्हारे, जिन घर धन हर नामा। परवान गणी से ये आए, सफल तिना के कामा। मेरे राम हर जन कह हों वल जाई, के का कर चवर टोलावा। चरण धूड़ मुख लाई, जन्म मरण दोहू मैं नाही। जन पर उपकारी आए, जी दान दे भगती लायण। हर स्यों लैण मिलाए, सच्चा अमर सच्ची पातशाही। सच्चे सेती राते, सच्चा सुख सच्ची वडियाई। जिसके से तिन जाते, पखा फेरी पानी ढोवा। हर जन का पीसण पीस कमावा। नानक की प्रभ पास बेनंती, तेरे जन देखण पावा। सारी दुनिया नू तारन आए, पूरन जोगी मेरे बाबा जी। दुनिया नू तारन आए, पूरन जोगी मेरे
ਵਿੱਚ ਰੰਗਲੇ ਪੰਜਾਬ ਵਿੱਚ ਰਾਜੇ ਜੋਗੀ ਆਉਂਦੇ ਰਹਿੰਦੇ ਨਿਤ ਅਵਤਾਰ ਜੀ। ਜ਼ਿਲ੍ਹਾ ਲੁਧਿਆਣੇ ਦਾ ਜੀ ਭਾਗਾਂ ਵਾਲਾ ਸਿਆੜ ਪਿੰਡ, ਭਾਗਾਂ ਵਾਲਾ ਸਿਆੜ ਉਹ ਜਿੱਤੇ ਇੱਕ ਉੱਤਰੀ ਸੀ ਸ਼ਕਤੀ ਅਪਾਰ ਜੀ। ਮਾਤਾ ਰਾਮ ਕੌਰ ਪਿਤਾ ਜਿਨ੍ਹਾਂ ਦੇ ਅਮਰ ਸਿੰਘ, ਜਿਨ੍ਹਾਂ ਦੇ ਅਮਰ ਸਿੰਘ ਅਮਰ ਰਹਿਣਗੇ ਦੋਵੇਂ ਜੁਗ ਚਾਰ ਜੀ। ਟੁੱਟੀਆਂ ਰੂਹਾਂ ਨੂੰ ਜਿਨ੍ਹਾਂ ਰੱਬ ਨਾਲ ਜੋੜ ਦਿੱਤਾ, ਰੱਬ ਨਾਲ ਜੋੜ ਦਿੱਤਾ ਨਾਮ ਮੀਆਂ ਸਿੰਘ ਜਿਨ੍ਹਾਂ ਲਾਤੀ ਗੁਲਜ਼ਾਰ ਜੀ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਆਪ ਮੁਕਤ ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਵਾਹਿਗੁਰੂ ਆਪ ਉਦਾਹਰਣ ਆਉਂਦਾ ਹੈ, ਸੰਤਾਂ ਵਾਲਾ ਰੂਪ ਧਾਰ ਕੇ। ਵਾਹਿਗੁਰੂ ਆਪ ਉਦਾਹਰਣ ਆਉਂਦਾ ਹੈ, ਸੰਤਾਂ ਵਾਲਾ ਰੂਪ ਧਾਰ ਕੇ। ਵਾਹਿਗੁਰੂ ਆਪ ਉਦਾਹਰਣ ਆਉਂਦਾ ਹੈ, ਸੰਤਾਂ ਵਾਲਾ ਰੂਪ ਧਾਰ ਕੇ। ਆਪ ਉਦਾਹਰਣ ਆਉਂਦਾ ਹੈ, ਸੰਤਾਂ ਵਾਲਾ ਰੂਪ ਧਾਰ ਕੇ। ਸੰਤਾਂ ਵਾਲਾ ਰੂਪ ਧਾਰ ਕੇ, ਸੰਤਾਂ ਵਾਲਾ ਰੂਪ ਧਾਰ ਕੇ। ਸੰਤਾਂ ਵਾਲਾ ਰੂਪ ਧਾਰ ਕੇ, ਸੰਤਾਂ ਵਾਲਾ ਰੂਪ ਧਾਰ ਕੇ। ਵਾਹਿਗੁਰੂ ਆਪ ਉਦਾਹਰਣ ਆਵੇ, ਸੰਤਾਂ ਵਾਲਾ ਰੂਪ ਧਾਰ ਕੇ। ਆਪ ਉਦਾਹਰਣ ਆਵੇ, ਸੰਤਾਂ ਵਾਲਾ ਰੂਪ ਧਾਰ
ਧਨ ਧਨ ਜਨ ਆਇਆ ਜਿਸ ਪਰਸਾ ਸਭ ਜਗਤ ਜਨ ਆਵਣ ਕਾ ਇਹ ਹੈ ਸਵਾਓ ਜਨ ਕਾ ਸੰਗ ਚਿਤ ਆਵੈ ਨਾਉ। ਆਓ ਸਤ ਸੰਗਤ ਜੀ, ਇਸ ਸੰਗਤ ਅਸਥਾਨ ਸੰਗੋਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਮਾਲਾ ਦੇ ਸੁੱਚੇ ਮੋਤੀ, ਜਿਨ੍ਹਾਂ ਦਾ ਨਾਮ ਲਿਆ ਰਸਨਾ ਪਵਿੱਤਰ ਹੁੰਦੀ ਹੈ, ਪਰਮ ਪੂਜਨੀ ਧੰਨ ਸ਼੍ਰੀ ਹਜ਼ੂਰ ਬਾਬਾ ਮੀਹਾਂ ਸਿੰਘ ਮਹਾਰਾਜ ਜੀ, ਤਿਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਰਮ ਸਤਿਕਾਰਯੋਗ ਬਾਬਾ ਜੀ ਦੇ ਦਰ ਤੋਂ ਬਰੋਸਾਏ ਹੋਏ ਮਹਾਂਪੁਰਖ ਸੰਤ ਬਾਬਾ ਧਰਮਪਾਲ ਸਿੰਘ ਜੀ ਸੰਗੋਵਾਲ ਵਾਲਿਆਂ ਵੱਲੋਂ ਪ੍ਰੇਰਨਾ ਕਰਕੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਗੁਰਮਤਿ ਸਮਾਗਮ ਰਚੇ ਗਏ ਨੇ। ਕਈ ਰੋਜ਼ਾਂ ਤੋਂ ਇਸ ਸਥਾਨ ਤੇ ਅੰਮ੍ਰਿਤ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਸ੍ਰੀ ਸਹਿਜ ਪਾਠ ਸਵੇਰ ਵੇਲੇ ਭੋਗ ਪਏ, ਖੁੱਲੇ ਪੰਡਾਲਾਂ ਵਿੱਚ ਸਤਿਗੁਰੂ ਮਹਾਰਾਜ ਜੀ ਦਰਸ਼ਨ ਦਿਦਾਰੇ ਬਖਸ਼ ਰਹੇ ਨੇ ਤੇ ਸਮੇਂ ਦੇ ਨਾਲ ਪਿਆਰ ਵਾਲਿਆਂ ਨੇ ਜਿੱਥੇ ਸੰਗਤਾਂ ਸੇਵਾ ਕਰ ਰਹੀਆਂ ਨੇ ਉੱਥੇ ਹਾਜ਼ਰੀਆਂ ਵੀ ਭਰੀਆਂ, ਗੁਰਮਤਿ ਸਮਾਗਮ ਪ੍ਰਾਰੰਭ ਹੋਏ ਨੇ। ਆਓ ਹੁਣ ਮਹਾਂਪੁਰਖਾਂ ਪਾਸੋਂ ਜਿਨ੍ਹਾਂ ਨੇ ਸਤ ਸੰਗ ਜੀ ਬਾਬਾ ਜੀ ਦੇ ਚਰਨਾਂ ਵਿੱਚ ਰਹਿ ਕੇ ਬਾਬਾ ਜੀ ਦੀ ਹਾਜ਼ਰੀ ਦੇ ਵਿੱਚ ਸੇਵਾ ਕਰਕੇ ਨਦਰਾਂ ਦੇ ਨਾਲ ਵੀ ਬੇਅੰਤ ਬਖਸ਼ੀਸ਼ਾਂ ਪ੍ਰਾਪਤ ਕੀਤੀਆਂ ਨੇ। ਆਓ ਇਹ ਸਾਰਾ ਇਲਾਕਾ ਹੀ ਜਾਣਦਾ, ਇਕੱਲਾ ਸੰਗੋਵਾਲ ਹੀ ਨਹੀਂ, ਬਾਬਾ ਜੀ ਸੰਗੋਵਾਲ ਵਾਲੇ ਬਚਪਨ ਤੋਂ ਹੀ ਸਾਧ